सत श्री अकाल दोस्तों, तुसीं वेख रहे हो डोर स्टैप एजुकेशन पॉइंट। उम्मीद करदा हां तुसीं सारे वधिया होवोगे। सो दोस्तों, अज दी वीडियो दे विच आपां पीएस टैट दी जिहड़ी ऑनलाइन एप्लीकेशन प्रोसैस है जी वो शुरू हो चुकी है। इनू तुसीं किवें फिल कर सकदे हो, फिल करन लगे किहड़ी गलतियां नहीं करनियां तुसीं, ਇਹਦਾ ਸਿਲੇਬਸ ਕੀ ਹੈ ਜੀ, ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ ਜੀ, ਫੀਸ ਕਿੰਨੀ ਹੋਏਗੀ ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਫਿਲ ਕਰਦੇ ਹੋ, ਲਾਸਟ ਡੇਟ ਕਿੰਨੀ ਹੈ ਜੀ, ਕਿਹੜੇ ਵਿਦਿਆਰਥੀ ਇਹਨੂੰ ਫਿਲ ਕਰ ਸਕਦੇ ਆ, ਜੇਕਰ ਬੀਐਡ ਦੇ ਪਹਿਲੇ ਸਮੈਸਟਰ ਦਾ ਵਿਦਿਆਰਥੀ ਇਹਨੂੰ ਫਿਲ ਕਰਦਾ ਹੈ ਕਿ ਉਹ ਐਲੀਜੀਬਲ ਹੋਏਗਾ। ਸੋ ਇਹਨਾਂ ਗੱਲਾਂ ਬਾਰੇ ਹੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ, ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ, ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰ ਲਈ। ਜਿਹੜਾ ਬੈਲ ਆਈਕਨ ਹੈ ਉਹ ਵੀ ਪ੍ਰੈਸ ਜ਼ਰੂਰ ਕਰ ਲਿਓ, ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਤੇ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਨੂੰ। ਸੋ ਸਰ ਨਾਲ ਪਹਿਲਾਂ ਆਪਾਂ ਇਹ ਗੱਲ ਡਿਸਕਸ ਕਰ ਲੈਂਦੇ ਹਾਂ ਕਿ ਇਹਨਾਂ ਦੀ ਜਿਹੜੀ ਆਨਲਾਈਨ ਐਪਲੀਕੇਸ਼ਨਾਂ ਦੀ ਜਿਹੜੀ ਮੰਗ ਹੈ ਉਹ ਅੱਜ ਤੋਂ ਸ਼ੁਰੂ ਹੋ ਰਹੀ ਹੈ, ਭਾਵ 25 ਨਵੰਬਰ ਤੋਂ ਇਹਨਾਂ ਦੀ ਜਿਹੜੀ ਵੈਬਸਾਈਟ ਹੈ ਜੀ ਉਹ ਚਲਾ ਦਿੱਤੀ ਗਈ ਹੈ। ਸੋ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿਹੜੀ ਇਹਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਜਿਹੜੀ ਡੇਟ ਹੈ ਜੀ 25 ਨਵੰਬਰ ਹੈ। ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਖਤਮ ਹੋ ਰਹੀ ਹੈ ਉਹ ਖਤਮ ਹੋਏਗੀ 6 ਦਸੰਬਰ ਨੂੰ। ਲਗਭਗ ਤੁਹਾਡੇ ਕੋਲ 10 ਦਿਨ ਪਏ ਨੇ ਜੀ। ਤੁਸੀਂ ਕੋਸ਼ਿਸ਼ ਕਰੋ ਛੇਤੀ ਤੋਂ ਛੇਤੀ ਇਹਨਾਂ ਐਪਲੀਕੇਸ਼ਨਾਂ ਨੂੰ ਫਿਲ ਕਰ ਲਿਆ ਜਾਵੇ। ਤੇ ਦੋਸਤੋ, ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਨੇਮ ਵਗੈਰਾ ਭਰਨੇ ਆ ਨਾ, ਭਾਵੇਂ ਤੁਹਾਡੇ ਪਾਪਾ ਦਾ ਨਾਮ ਹੋਵੇ ਜਾਂ ਫਿਰ ਮਦਰ ਦਾ ਨੇਮ ਹੋਵੇ, ਐਡਰੈਸ ਹੋਵੇ, ਇਹਨਾਂ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਭਰਨਾ ਹੈ। ਮੈਂ ਇਹ ਗੱਲ ਕਿਉਂ ਕਹਿ ਰਿਹਾ, ਕਿਉਂਕਿ ਜਦੋਂ ਵੀ ਤੁਹਾਡਾ ਸਰਟੀਫਿਕੇਟ ਬਣ ਕੇ ਆਏਗਾ ਸੋ ਉਹਦੇ ਵਿੱਚ ਜਦੋਂ ਤੁਸੀਂ ਕੋਈ ਗਲਤ ਇਨਫੋਰਮੇਸ਼ਨ ਫਿਲ ਕਰ ਦਿੱਤੀ, ਫਿਰ ਉਹ ਗਲਤ ਇਨਫੋਰਮੇਸ਼ਨ ਉਹਦੇ ਤੇ ਪ੍ਰਿੰਟ ਹੋ ਕੇ ਆ ਜਾਏਗੀ। ਸੋ ਇਹਦੇ ਆਧਾਰ ਤੇ ਹੀ ਤੁਹਾਨੂੰ ਨੌਕਰੀ ਮਿਲਣੀ ਹੈ। ਮੰਨ ਲਓ ਕਿ ਤੁਹਾਡੇ ਲਾਈਫ ਦਾ ਹੀ ਸਵਾਲ ਹੈ ਜੇਕਰ ਤੁਸੀਂ ਇਹ ਫਾਰਮ ਗਲਤ ਭਰਦੇ ਹੋ, ਕਿਉਂਕਿ ਮੇਰੇ ਨਾਲ ਦੇ ਕੁਝ ਇਹੋ ਜਿਹੇ ਸਟੂਡੈਂਟ ਵੀ ਸੀਗੇ ਜਿਨ੍ਹਾਂ ਨੇ ਪੇਪਰ ਤਾਂ ਕਲੀਅਰ ਕਰ ਲਿਆ ਸੀ, ਬਟ ਉਹਨਾਂ ਦੇ ਡਾਕੂਮੈਂਟ ਗਲਤ ਹੋਣ ਕਰਕੇ ਉਹਨਾਂ ਦੀ ਜੌਬ ਦੇ ਵਿੱਚ ਕਹਿ ਲਓ ਵੀ ਇੱਕ ਬੈਰੀਅਰ ਬਣ ਗਿਆ ਸੀ ਉਹ। ਠੀਕ ਹੈ ਨਾ ਜੀ। ਸੋ ਇਹਦੇ ਵਿੱਚ ਤੁਸੀਂ ਕਰੈਕਸ਼ਨ ਵੀ ਕਰ ਸਕਦੇ ਹੋ। ਕਰੈਕਸ਼ਨ ਇਨ ਐਪਲੀਕੇਸ਼ਨ ਫਾਰਮ 10 ਦਸੰਬਰ ਤੋਂ ਲੈ ਕੇ 13 ਦਸੰਬਰ ਦਾ ਸਮਾਂ ਦਿੱਤਾ ਜਾਏਗਾ, ਤੇ ਉਸ ਤੋਂ ਬਾਅਦ ਜਿਹੜੇ ਐਡਮਿਟ ਕਾਰਡ ਹੋਣਗੇ ਉਹ 16 ਦਸੰਬਰ ਨੂੰ ਅਵੇਲੇਬਲ ਕਰਵਾ ਦਿੱਤੇ ਜਾਣਗੇ। ਉਸ ਤੋਂ ਬਾਅਦ ਜਿਹੜਾ ਐਗਜ਼ਾਮ ਹੋਏਗਾ ਜੀ ਤੁਹਾਡਾ ਉਹ 24 ਦਸੰਬਰ ਨੂੰ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ। ਜੇਕਰ ਆਪਾਂ ਗੱਲ ਕਰੀਏ ਫੀ ਦੀ ਵੀ ਤੁਹਾਨੂੰ ਕਿੰਨੀ ਫੀਸ ਦੇਣੀ ਪਵੇਗੀ, ਵੈਸੇ ਤਾਂ ਦੋਸਤੋ ਜਿਹੜੇ ਬੀਐਡ ਵਾਲੇ ਵਿਦਿਆਰਥੀ ਹੁੰਦੇ ਨੇ ਮੈਂ ਤਾਂ ਉਹਨਾਂ ਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਦੋਵੇਂ ਹੀ ਪੇਪਰ ਦਿਓ। ਫਿਰ ਕੁਝ ਸਟੂਡੈਂਟ ਮੈਨੂੰ ਕਹਿਣ ਲੱਗ ਜਾਂਦੇ ਨੇ ਕਿ ਸਰ ਪਹਿਲੇ ਪੇਪਰ ਜੇ ਆਪਾਂ ਬੀਐਡ ਵਾਲੇ ਕਲੀਅਰ ਕਰ ਵੀ ਲੈਂਦੇ ਆ ਤੇ ਅੱਗੇ ਕੋਈ ਫਾਇਦਾ ਤਾਂ ਨਹੀਂ ਹੁੰਦਾ, ਬਟ ਤੁਹਾਨੂੰ ਐਕਸਪੀਰੀਅੰਸ ਤਾਂ ਮਿਲਦਾ ਹੈ ਨਾ। ਤੁਸੀਂ ਪੇਪਰ 1 ਦੀ ਤਿਆਰੀ ਨਾ ਕਰਿਓ। ਵੈਸੇ ਵੀ ਮੈਂ ਤੁਹਾਨੂੰ ਪਹਿਲੀ ਜਿਹੜੀ ਇੱਕ ਵੀਡੀਓ ਬਣਾਈ ਸੀ ਕਿ ਉਹਦੇ ਵਿੱਚ ਦੱਸਿਆ ਹੀ ਸੀ ਕਿ ਪੇਪਰ 1 ਤੇ ਪੇਪਰ 2 ਦੇ ਵਿੱਚ 90 ਨੰਬਰ ਤਾਂ ਕਾਮਨ ਹੀ ਨੇ ਨਾ। ਜੇਕਰ ਤੁਸੀਂ ਪੇਪਰ 1 ਤੇ ਧਿਆਨ ਨਹੀਂ ਦਿੰਦੇ, ਮੈਂ ਪੇਪਰ 2 ਵਾਲਿਆਂ ਦੀ ਗੱਲ ਕਰ ਰਿਹਾ ਜਿਹੜੇ ਕਿ ਬੀਐਡ ਵਾਲੇ ਵਿਦਿਆਰਥੀ ਨੇ, ਤੁਸੀਂ ਪੇਪਰ 1 ਤੇ ਇੰਨਾ ਧਿਆਨ ਦਿਓ ਹੀ ਨਾ, ਪੇਪਰ 2 ਦੀ ਤਿਆਰੀ ਕਰੋ ਨਾ ਤੁਸੀਂ। ਸੋ ਹੁਣ ਆਪਾਂ ਗੱਲ ਕਰ ਲੈਂਦੇ ਆ ਇਹਨਾਂ ਦੀ ਫੀ ਦੀ। ਜਿਹੜੇ ਕਿ ਪੇਪਰ 1 ਤੇ ਪੇਪਰ 2 ਦੀ ਜਿਹੜੀ ਫੀਸ ਹੈਗੀ ਹੈ ਜੀ ਉਹ ਹੈਗੀ ਹੈ 1800 ਜੇਕਰ ਤੁਸੀਂ ਇਕੱਠੇ ਪੇਪਰ ਦਿੰਨੇ ਹੋ। ਪਰ ਜੇ ਆਪਾਂ ਗੱਲ ਕਰੀਏ, ਇਹ ਆਪਾਂ ਜਰਨਲ ਦੀ ਗੱਲ ਕੀਤੀ ਸੀ, ਜਰਨਲ ਐਂਡ ਬੀਸੀ ਦੀ, ਬਟ ਜੇ ਆਪਾਂ ਐਸਸੀ ਐਸਟੀ ਫਿਜ਼ੀਕਲ ਹੈਂਡੀਕੈਪਡ ਜਿਹੜੇ ਕੈਟਾਗਰੀਜ਼ ਹੈਗੀਆਂ ਜੀ ਉਹਨਾਂ ਦੀ ਜੇ ਆਪਾਂ ਗੱਲ ਕਰੀਏ ਤੇ ਇਹਨਾਂ ਦੀ ਦੋਵਾਂ ਪੇਪਰਾਂ ਦੀ ਜਿਹੜੀ ਫੀਸ ਹੈਗੀ ਹੈ 1200, ਤੇ ਜਿਹੜੇ ਐਕਸ ਸਰਵਿਸਮੈਨ ਹੈਗੇ ਆ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ। ਜੇ ਆਪਾਂ ਪੇਪਰ 1 ਦੀ ਗੱਲ ਕਰੀਏ ਸਿਰਫ ਤੇ ਸਿਰਫ, ਜਿਵੇਂ ਕਿ ਜਿਹੜਾ ਜਰਨਲ ਤੇ ਬੀਸੀ ਦਾ ਵਿਦਿਆਰਥੀ ਹੈ ਉਹਦੀ ਫੀਸ ਹੈਗੀ ਹੈ 900, ਤੇ ਐਸਸੀ ਐਸਟੀ ਜਿਹੜੇ ਵਿਦਿਆਰਥੀ ਹੈਗੇ ਜੀ ਪੇਪਰ 1 ਜਿਹੜੇ ਸਿਰਫ ਦੇਣਗੇ ਉਹਨਾਂ ਦੀ ਫੀਸ ਹੋਵੇਗੀ 600 ਰੁਪਏ। ਠੀਕ ਹੈ ਨਾ ਜੀ। ਸੋ ਉਮੀਦ ਕਰਦਾ ਤੁਹਾਨੂੰ ਇਹ ਗੱਲ ਹੈ ਜੀ ਸਮਝ ਲੱਗੀ ਹੋਏਗੀ। ਤੇ ਤੁਹਾਡਾ ਜਿਹੜਾ ਪੇਪਰ ਹੈ ਜੀ ਉਹ ਰਿਟਨ ਫਾਰਮ ਦੇ ਵਿੱਚ ਲਿਆ ਜਾਏਗਾ। ਮਤਲਬ ਇਹ ਕਿ ਪੈਨ ਪੈਨਸਲ ਵਾਲਾ ਜਿਹੜਾ ਐਗਜ਼ਾਮ ਹੈ ਜੀ ਇਹ, ਠੀਕ ਹੈ ਨਾ ਜੀ, ਆਫਲਾਈਨ ਐਗਜ਼ਾਮ ਹੈ ਜਿਹਦੇ ਵਿੱਚ ਤੁਹਾਨੂੰ ਜਿਹੜਾ ਪੇਪਰ 1 ਦੀ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ 30 ਨੰਬਰ, ਲੈਂਗੁਏਜ ਫਸਟ ਜਿਹਦੇ ਵਿੱਚ ਪੰਜਾਬੀ ਹੋਏਗੀ, ਲੈਂਗੁਏਜ 2 ਜਿਹਦੇ ਵਿੱਚ ਅੰਗਰੇਜ਼ੀ ਹੋਏਗੀ, ਇਹ ਵੀ 30 ਨੰਬਰਾਂ ਦੀ ਹੋਏਗੀ, ਮੈਥਮੈਟਿਕਸ ਇਹਦੇ ਵਿੱਚ 30 ਨੰਬਰਾਂ ਦਾ ਹੋਏਗਾ, ਤੇ এনवायरमेंट ਸਟੱਡੀ ਹੈ ਜਿਹੜੀ ਇਹ 30 ਨੰਬਰਾਂ ਦੀ ਹੋਏਗੀ। ਜੇ ਆਪਾਂ ਗੱਲ ਕਰੀਏ ਇੱਥੇ ਪੇਪਰ 2 ਦੀ, ਠੀਕ ਹੈ ਨਾ ਜੀ, ਸੋ ਇਹਦੇ ਵਿੱਚ ਤੁਹਾਨੂੰ 2 ਸਬਜੈਕਟ ਵੇਖਣ ਨੂੰ ਮਿਲਣਗੇ। ਇੱਕ ਤਾਂ ਹੋਣਗੇ ਐਸਐਸਟੀ ਵਾਲੇ, ਇੱਕ ਹੋਣਗੇ ਮੈਥ ਸਾਇੰਸ ਵਾਲੇ। ਸੋ ਜਿਹੜੇ ਕਿ ਹੈਗੇ ਐਸਐਸਟੀ ਵਾਲੇ ਉਹਨਾਂ ਨੂੰ ਵੇਖਣ ਨੂੰ ਮਿਲੇਗਾ ਸੀਡੀਪੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ 30 ਨੰਬਰਾਂ ਦੀ, ਲੈਂਗੁਏਜ ਫਸਟ ਪੰਜਾਬੀ 30 ਨੰਬਰਾਂ ਦੀ, ਲੈਂਗੁਏਜ 2 ਅੰਗਰੇਜ਼ੀ 30 ਨੰਬਰਾਂ ਦੀ, ਤੇ ਮੈਥ ਸਾਇੰਸ ਵਾਲੇ ਜਿਹੜੇ ਹੋਣਗੇ ਇਹ ਇਹਨਾਂ ਦੇ ਹੋਣਗੇ 60 ਨੰਬਰਾਂ ਦੀ ਜਿਹੜੇ ਇਹਨਾਂ ਦੇ ਕੰਟੈਂਟ ਹੈ ਜੀ, ਤੇ 10 ਨੰਬਰ ਦੀ ਪੈਡਾਗੋਜੀ, ਇਹ ਹੋਗੇ 60 ਨੰਬਰ, ਤੇ ਕੁੱਲ ਮਿਲਾ ਕੇ ਹੋਗੇ 150 ਨੰਬਰ। ਬਟ ਜਿਹੜੇ ਹੋਣਗੇ ਦੂਜੇ ਵਿਦਿਆਰਥੀ ਐਸਐਸਟੀ ਵਾਲੇ 3 ਸਬਜੈਕਟ ਤਾਂ ਇਹਨਾਂ ਦੇ ਕਾਮਨ ਹੀ ਹੋਣਗੇ ਜੀ, ਸੀਡੀਪੀ, ਲੈਂਗੁਏਜ ਫਸਟ ਤੇ ਲੈਂਗੁਏਜ 2, ਤੇ ਇਹਦੇ ਨਾਲ ਹੋਏਗੀ ਐਸਐਸਟੀ ਜਿਹਦੇ ਵਿੱਚ ਤੁਹਾਨੂੰ 50 ਨੰਬਰ ਦੀ ਕਹਿ ਲਓ ਕਿ ਤੁਹਾਨੂੰ ਕੰਟੈਂਟ ਪੁੱਛਿਆ ਜਾਏਗਾ ਤੇ 10 ਨੰਬਰ ਦੀ ਪੈਡਾਗੋਜੀ ਹੋਏਗੀ। ਕੁੱਲ 150 ਨੰਬਰ ਦਾ ਪੇਪਰ ਲਿਆ ਜਾਏਗਾ ਜੀ। 2.5 ਘੰਟੇ ਤੁਹਾਨੂੰ ਇੱਥੇ ਦਿੱਤੇ ਜਾਣਗੇ ਜਿਹਦੇ ਵਿੱਚ ਤੁਹਾਨੂੰ 1 ਮਿੰਟ ਲਈ ਇੱਕ ਪ੍ਰਸ਼ਨ ਦਿੱਤਾ ਜਾਏਗਾ, ਤੇ 90 ਨੰਬਰ ਲੈਣ ਵਾਲਾ ਵਿਦਿਆਰਥੀ ਇਸ ਪੇਪਰ ਨੂੰ ਆਰਾਮ ਨਾਲ ਕਲੀਅਰ ਕਰ ਪਾਵੇਗਾ। ਜਿਹੜੀ ਇਹਨਾਂ ਦੀ ਕਹਿ ਲਓ ਕਿ ਜਿਹੜੀ ਕੱਟ ਆਫ ਮਾਰਕਸ ਹੈਗੇ ਆ ਜੀ ਉਹ ਹੈਗੇ ਆ 90 ਨੰਬਰ ਜਨਰਲ ਕੈਟਾਗਰੀ ਵਾਲੇ ਸਟੂਡੈਂਟ ਲਈ, ਤੇ 82 ਨੰਬਰ ਉਹਨਾਂ ਕੈਟਾਗਰੀਜ਼ ਲਈ ਜਿਹੜੇ ਕਿ BC ਜਾਂ ਫਿਰ SC ਹੈਗੇ ਆ। ਬਟ ਸਿਰਫ ਉਹੀ ਜਿਹੜੇ ਕਿ ਪੰਜਾਬ ਦੇ ਨੇ, ਕਿਉਂਕਿ ਰਿਜ਼ਰਵੇਸ਼ਨ ਦਾ ਫਾਇਦਾ ਤਾਂ ਸਿਰਫ ਉਹਨਾਂ ਨੂੰ ਹੀ ਮਿਲੇਗਾ ਨਾ। ਜੇਕਰ ਕੋਈ ਹੋਰ ਸਟੇਟ ਦਾ ਜੇਕਰ ਪਰਸਨ ਆ ਕੇ ਇੱਥੇ ਪੇਪਰ ਦਿੰਦਾ ਹੈ ਤਾਂ ਉਹ ਜਰਨਲ ਦੇ ਵਿੱਚ ਹੀ ਗਿਣਿਆ ਜਾਏਗਾ। ਸੋ ਜਦੋਂ ਤੁਸੀਂ ਗੂਗਲ ਤੇ ਆਣਾ ਹੈ, ਇੱਥੇ ਸਰਚ ਕਰਨਾ ਹੈ PSTET। ਜਦੋਂ PSTET ਤੁਸੀਂ ਸਰਚ ਕੀਤਾ ਤੁਹਾਡੇ ਸਾਹਮਣੇ ਇੱਕ ਵਾਲਾ ਪੇਜ ਖੁੱਲ ਜਾਏਗਾ ਜਿੱਥੇ ਤੁਹਾਨੂੰ ਪਹਿਲੀ ਹੀ ਵੈਬਸਾਈਟ ਵਿਖੇਗੀ pstet.pscb.ac.in। ਸੋ ਇੱਥੇ ਜਦੋਂ ਤੁਸੀਂ ਕਲਿੱਕ ਕਰਦੇ ਹੋ
ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲੇਗਾ ਜਿਹਦੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਨਿਊ ਯੂਜ਼ਰ, ਰਜਿਸਟਰਡ ਯੂਜ਼ਰ ਤੇ ਡਾਊਨਲੋਡ ਸਬਸਕ੍ਰਾਈਬਰ ਪਰਫਾਰਮਾ। ਤੁਸੀਂ ਨਿਊ ਯੂਜ਼ਰ ਤੇ ਜਦੋਂ ਕਲਿੱਕ ਕਰਦੇ ਹੋ ਇੱਥੇ ਤੁਹਾਨੂੰ ਕੁਝ ਇਨਫੋਰਮੇਸ਼ਨ ਪੁੱਛੀ ਜਾਏਗੀ, ਜਿਹਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਇੱਕ ਜਿਹੜਾ ਕਿ ਐਕਨੋਲਜਮੈਂਟ ਹੁੰਦੀ ਹੈ ਕਿ ਤੁਸੀਂ ਸਾਰੀਆਂ ਹੀ ਜਿਹੜੀਆਂ ਗੱਲਾਂ ਨੇ ਜੀ ਉਹ ਤੁਸੀਂ ਪੜ੍ਹ ਲਈਆਂ ਨੇ। ਜਿਵੇਂ ਕਿ ਇੱਥੇ ਕਹੀ ਜਾ ਰਹੀ ਹੈ ਗੱਲ ਕਿ ਜਿਹੜੀ ਤੁਹਾਡੀ ਫੋਟੋ ਹੋਏਗੀ ਉਹ ਲਗਭਗ 20 ਤੋਂ ਲੈ ਕੇ 50 KB ਦੇ ਵਿੱਚ ਹੋਣੀ ਚਾਹੀਦੀ ਹੈ, ਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਤੁਸੀਂ ਫੋਟੋ ਇਹਦੇ ਵਿੱਚ ਲਗਾਓਗੇ ਉਹ ਲੇਟੈਸਟ ਹੋਣੀ ਚਾਹੀਦੀ ਆ। ਭਾਵ ਇਹ ਕਿ ਨਵੀਆਂ ਫੋਟੋ ਹੋਣ, ਜੇ ਕੋਈ ਨਾ ਵੀ ਨਵੀਂ ਹੋਵੇ ਫੋਟੋ, ਮਤਲਬ ਠੀਕ ਠਾਕ ਹੋਵੇ, ਥੋੜੇ ਟਾਈਮ ਪਹਿਲਾਂ ਹੀ ਖਿਚਵਾਈ ਹੋਵੇ, ਤੁਸੀਂ ਉਹ ਵੀ ਫੋਟੋ ਇੱਥੇ ਲਗਾ ਸਕਦੇ ਹੋ। ਤੇ ਜਿਹੜੇ ਤੁਹਾਡੇ ਸਿਗਨੇਚਰ ਹੋਣਗੇ ਉਹ 20 ਤੋਂ ਲੈ ਕੇ ਕਹਿ ਲਓ ਵੀ 15 ਤੋਂ ਲੈ ਕੇ 20 KB ਦੇ ਹੋਣੇ ਚਾਹੀਦੇ ਆ। ਤੁਹਾਡੇ ਕੋਲ ਇੱਕ ਈਮੇਲ ਆਈਡੀ ਪਲੱਸ ਇੱਕ ਨੰਬਰ ਜਿਹੜਾ ਹੈ ਜੀ ਚੱਲਦਾ ਹੋਣਾ ਚਾਹੀਦਾ ਹੈ, ਤੇ ਇਸ ਦੇ ਨਾਲ ਹੀ ਤੁਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਜਿਵੇਂ ਕਿ ਇੱਕ ਤਾਂ ਤੁਸੀਂ ਮਿਸਟੇਕ ਨਹੀਂ ਕਰਨੀ ਜਦੋਂ ਵੀ ਤੁਸੀਂ ਇਹ ਫਾਰਮ ਭਰਨਾ ਹੈ। ਜੇ ਤੁਸੀਂ ਆਪ ਵੀ ਫਿਲ ਕਰ ਲਓ ਤਾਂ ਵੀ ਵਧੀਆ ਗੱਲ ਹੈ ਜੀ। ਜਦੋਂ ਵੀ ਤੁਸੀਂ ਇਹ ਫਾਰਮ ਫਿਲ ਕਰੋਗੇ ਤੁਸੀਂ ਕੋਈ ਮਿਸਟੇਕ ਨਹੀਂ ਕਰਨੀ, ਤੇ ਇਸ ਦੇ ਨਾਲ ਹੀ ਜੇ ਕੋਈ ਕੈਂਡੀਡੇਟ ਡਬਲ ਰਜਿਸਟ੍ਰੇਸ਼ਨ ਕਰਦਾ ਹੈ ਤਾਂ ਉਹਦੀ ਇੱਕ ਰਜਿਸਟ੍ਰੇਸ਼ਨ ਆਪਣੇ ਆਪ ਹੀ ਕੈਨਸਲ ਹੋ ਜਾਏਗੀ। ਮਤਲਬ ਇਹ ਕਿ ਕਈ ਸਟੂਡੈਂਟ ਇਹੋ ਜਿਹੇ ਹੁੰਦੇ ਨੇ, ਉਹ ਜੇਕਰ ਉਹ ਪੇਪਰ 1 ਤੇ ਪੇਪਰ 2 ਫਿਲ ਕਰ ਰਹੇ ਨੇ, ਉਹ ਸੋਚਦੇ ਆ ਕਿ ਸ਼ਾਇਦ ਸਾਨੂੰ 2 ਵਾਰ ਰਜਿਸਟ੍ਰੇਸ਼ਨ ਕਰਨੀ ਪਵੇ, ਬਟ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਬੇਸ਼ੱਕ ਤੁਸੀਂ ਪੇਪਰ ਕਹਿ ਲਓ 2 ਦੇਣੇ ਆ, ਬਟ ਤੁਹਾਨੂੰ ਰਜਿਸਟ੍ਰੇਸ਼ਨ ਇੱਕ ਹੀ ਕਰਨੀ ਆ। ਸੋ ਇੱਥੇ ਜਿਵੇਂ ਕਿ ਆਪਾਂ ਕਰ ਲਿਆ ਆਈ ਐਗਰੀ ਤੇ ਕਲਿੱਕ ਕਰਨ ਤੋਂ ਬਾਅਦ ਕਲਿੱਕ ਹੇਅਰ ਟੂ ਪ੍ਰੋਸੀਡ। ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਆ ਪੇਜ ਖੁੱਲੇਗਾ, ਜਿਹਦੇ ਵਿੱਚ ਤੁਸੀਂ ਕੀ ਫਿਲ ਕਰਨਾ ਹੈ। ਇਹਦੇ ਵਿੱਚ ਤੁਸੀਂ ਆਪ ਦੀ ਜਿਹੜੀ ਇਨਫੋਰਮੇਸ਼ਨ ਹੈ, ਜਿਵੇਂ ਕਿ ਐਪਲੀਕੈਂਟ ਦਾ ਨਾਮ ਤੁਸੀਂ ਸਹੀ ਤਰ੍ਹਾਂ ਫਿਲ ਕਰਿਓ, ਕਿਉਂਕਿ ਜਦੋਂ ਵੀ ਤੁਹਾਡੇ ਕੋਲ ਫਿਜ਼ੀਕਲ ਜਿਹੜਾ ਸਰਟੀਫਿਕੇਟ ਬਣ ਕੇ ਆਏਗਾ ਉਹਦੇ ਵਿੱਚ ਉਹੀ ਨਾਮ ਲਿਖਿਆ ਹੋਏਗਾ। ਸੋ ਇੱਥੇ ਪਹਿਲਾਂ ਤਾਂ ਤੁਸੀਂ ਆਪ ਦਾ ਨੇਮ ਲਿਖਣਾ ਹੈ, ਫਿਰ ਈਮੇਲ ਐਡਰੈਸ ਭਰਨਾ ਹੈ, ਫਿਰ ਮੋਬਾਈਲ ਨੰਬਰ ਭਰਨਾ ਹੈ। ਸੋ ਇਸ ਤੋਂ ਬਾਅਦ ਆ ਤੁਹਾਡੇ ਸਾਹਮਣੇ ਇੱਕ ਸਿਕਿਉਰ ਕੋਡ ਲਿਖਿਆ ਹੋਇਆ, ਉਹ ਤੁਸੀਂ ਫਿਲ ਕਰਨ ਤੋਂ ਬਾਅਦ ਆਈ ਹੇਅਰ ਬਾय ਸੋਲਮਨਲੀ ਐਂਡ ਸਿੰਸੀਅਰਲੀ, ਮਤਲਬ ਕਿ ਮੈਂ ਸਾਰਾ ਕੁਝ ਇਹ ਪੜ੍ਹ ਲਿਆ ਹੈ ਜੋ ਵੀ ਇੰਸਟਰਕਸ਼ਨ ਸੀਗੀਆਂ। ਸੋ ਮੈਂ ਕੋਈ ਵੀ ਬੇਈਮਾਨੀ ਨਹੀਂ ਕਰ ਰਿਹਾ ਹਨਾ, ਵੀ ਓਨੈਸਟੀ ਜੋ ਵੀ ਮੇਰੇ ਕੋਲ ਡਾਟਾ ਹੈ ਜੋ ਮੈਂ ਸਾਰਾ ਸਹੀ ਭਰੂੰਗਾ। ਜਿਵੇਂ ਕਿ ਮੈਂ ਆਪਦਾ ਇੱਥੇ ਨਾਮ ਭਰ ਦਿੰਨਾ, ਆਪਦੀ ਈਮੇਲ ਐਡਰੈਸ ਭਰਨ ਤੋਂ ਬਾਅਦ ਆਪਦਾ ਨੰਬਰ ਭਰ ਕੇ ਮੈਂ ਇੱਥੇ ਕਲਿੱਕ ਕਰਨ ਦੀ ਕੋਸ਼ਿਸ਼ ਕਰਦਾ। ਵੇਖੋ ਫਿਰ ਤੁਹਾਡੇ ਸਾਹਮਣੇ ਕਿਹੜਾ ਪੇਜ ਖੁੱਲੇਗਾ। ਸੋ ਤੁਹਾਡੇ ਸਾਹਮਣੇ ਮੈਂ ਇਹ ਆਪਦਾ ਨਾਮ ਤੇ ਆਪਦਾ ਈਮੇਲ ਐਡਰੈਸ, ਆਪਦਾ ਨੰਬਰ ਇੱਥੇ ਫਿਲ ਕਰ ਦਿੱਤਾ ਹੈ, ਤੇ ਮੈਂ ਇੱਥੇ ਕੀ ਕਰੂੰਗਾ ਜੀ, ਸਬਮਿਟ ਕਰੂੰਗਾ। ਹੁਣ ਸਬਮਿਟ ਕਰਨ ਤੋਂ ਬਾਅਦ ਵੇਖਦੇ ਹਾਂ ਜੀ ਕੀ ਤੁਹਾਡੇ ਸਾਹਮਣੇ ਆਏਗਾ, ਉਸ ਨੂੰ ਆਪਾਂ ਫਿਰ ਵੇਖਦੇ ਹਾਂ। ਸੋ ਦੋਸਤੋ ਹੁਣ ਇਹਨਾਂ ਨੇ ਮੈਨੂੰ OTP ਪੁੱਛ ਲਿਆ, ਜਿਹੜਾ ਮੈਂ ਉੱਥੇ ਨੰਬਰ ਫਿਲ ਕੀਤਾ ਸੀਗਾ। ਇਹਨਾਂ ਨੇ ਮੇਰੇ ਈਮੇਲ ਆਈਡੀ ਤੇ ਮੇਰੇ ਜਿਹੜਾ ਵੀ ਮੈਂ ਨੰਬਰ ਫਿਲ ਕੀਤਾ ਸੀਗਾ ਉੱਥੇ ਉਹਨਾਂ ਨੇ ਮੇਰਾ ਜਿਹੜਾ ਰਜਿਸਟ੍ਰੇਸ਼ਨ ਆਈਡੀ ਹੈਗੀ ਹੈ ਜੀ ਉਹ ਸੈਂਡ ਕਰ ਦਿੱਤੀ ਹੈ। ਸੋ ਮੈਂ ਇੱਥੇ OTP ਫਿਲ ਕਰੂੰਗਾ ਤੇ ਇੱਥੇ ਵੈਰੀਫਾਈ ਕਰੂੰਗਾ। ਜਿਵੇਂ ਕਿ ਮੈਂ ਆਪਦਾ ਜਿਹੜਾ ਵੀ OTP ਸੀਗਾ, ਜਿਵੇਂ ਕਿ 2519 ਜਿਹੜਾ OTP ਸੀ ਮੈਂ ਇੱਥੇ ਫਿਲ ਕਰ ਦਿੱਤਾ ਹੈ, ਤੇ ਇੱਥੇ ਵੈਰੀਫਾਈ OTP ਤੇ ਹੁਣ ਕਲਿੱਕ ਕਰਦਾ ਤੇ ਨੈਕਸਟ ਪੇਜ ਤੇ ਆਪਾਂ ਚੱਲਾਂਗੇ। ਸੋ ਇਹ OTP ਫਿਲ ਕਰਨ ਤੋਂ ਬਾਅਦ ਇਹ ਕੀ ਕਹਿ ਰਿਹਾ ਜੀ, ਇਹ ਮੇਰੇ ਤੋਂ ਪਾਸਵਰਡ ਪੁੱਛ ਰਿਹਾ ਕਿ ਜਦੋਂ ਤੁਸੀਂ ਆਪਦਾ, ਕਿਉਂਕਿ ਰਜਿਸਟ੍ਰੇਸ਼ਨ ਨੰਬਰ ਤਾਂ ਇਹਨਾਂ ਨੇ ਮੈਨੂੰ ਈਮੇਲ ਕਰ ਦਿੱਤਾ ਹੈ ਤੇ ਨਾਲ ਨੰਬਰ ਤੇ ਵੀ ਸੈਂਡ ਕਰ ਦਿੱਤਾ। ਹੁਣ ਇਹ ਮੈਨੂੰ ਪੁੱਛ ਰਿਹਾ ਕਿ ਤੁਸੀਂ ਜਿਹੜਾ ਆਪਦਾ ਪਾਸਵਰਡ ਹੈ ਉਹ ਕਿਹੜਾ ਰੱਖਣਾ ਚਾਹੁੰਦੇ ਹੋ। ਸੋ ਮੈਂ ਇੱਥੇ ਆਪਦਾ ਜਿਹੜਾ ਵੀ ਮੈਨੂੰ ਦਿਲ ਕਰਦਾ ਮੈਂ ਉਹ ਪਾਸਵਰਡ ਰੱਖ ਲੈਣਾ, ਤੇ ਉਸ ਤੋਂ ਬਾਅਦ ਆਪਾਂ ਪ੍ਰੋਸੀਡ ਤੇ ਕਲਿੱਕ ਕਰਾਂਗੇ। ਸੋ ਦੋਸਤੋ ਜਦੋਂ ਤੁਸੀਂ OTP ਤੇ ਕਲਿੱਕ ਕਰ ਲਿਆ ਸੀਗਾ, OTP ਫਿਲ ਵੀ ਕਰ ਦਿੱਤਾ ਸੀਗਾ, ਪਾਸਵਰਡ ਵੀ ਕ੍ਰੀਏਟ ਕਰ ਲਿਆ, ਤੁਹਾਡੇ ਸਾਹਮਣੇ ਆਹ ਵਾਲਾ ਪੇਜ ਖੁੱਲੇਗਾ। ਜਦੋਂ ਇਹ ਵਾਲਾ ਪੇਜ ਖੁੱਲ ਗਿਆ ਤਾਂ ਤੁਸੀਂ ਕੀ ਕਰਨਾ ਹੈ, ਜਿਵੇਂ ਕਿ ਇੱਥੇ ਜਰਨਲ ਪ੍ਰੋਫਾਈਲ ਆ ਜਾਏਗਾ, ਫੋਟੋ ਸਿਗਨੇਚਰ ਆ ਜਾਏਗਾ। ਮਤਲਬ ਮੈਂ ਇਹ ਸਾਰੀਆਂ ਚੀਜ਼ਾਂ ਹਜੇ ਫਿਲ ਨਹੀਂ ਕੀਤੀਆਂ, ਠੀਕ ਹੈ ਨਾ ਜੀ। ਸੋ ਸਾਰਿਆਂ ਨਾਲੋਂ ਪਹਿਲਾਂ ਤਾਂ ਤੁਸੀਂ ਜਰਨਲ ਪ੍ਰੋਫਾਈਲ ਤੇ ਕਲਿੱਕ ਕਰਨਾ। ਸੋ ਇੱਥੇ ਆਪਦੀ ਜਿਹੜੀ ਇਨਫੋਰਮੇਸ਼ਨ ਹੈ, ਜਿਵੇਂ ਕਿ ਮੈਂ ਇੱਥੇ ਇਨਕੰਪਲੀਟ ਲਿਖਿਆ ਹੋਇਆ, ਮੈਂ ਇੱਥੇ ਕਲਿੱਕ ਕੀਤਾ, ਜਿਵੇਂ ਕਿ ਇੱਥੇ ਆ ਰਿਹਾ ਨਾ ਆਪਸ਼ਨ, ਜਿਵੇਂ ਇੱਥੇ ਲਿਖਿਆ ਹੋਇਆ ਫਿਲ ਐਡਿਟ ਜਰਨਲ ਪ੍ਰੋਫਾਈਲ। ਜਦੋਂ ਮੈਂ ਇੱਥੇ ਕਲਿੱਕ ਕਰ ਰਿਹਾ ਸੋ ਇੱਥੇ ਇਹ ਕੀ ਕਹਿ ਰਿਹਾ ਜੀ, ਇਹ ਮੈਨੂੰ ਸਾਰੀਆਂ ਚੀਜ਼ਾਂ ਫਿਲ ਕਰਨ ਨੂੰ ਕਹਿਣਗੇ। ਸੋ ਇੱਥੇ ਮੈਂ ਕੀ ਕਰੂੰਗਾ ਜੀ, ਆਪਦੀ ਜਿਹੜੀ ਇਨਫੋਰਮੇਸ਼ਨ ਹੋਏਗੀ ਉਹ ਮੈਂ ਫਿਲ ਕਰੂੰਗਾ। ਹੁਣ ਤੁਹਾਡੇ ਸਾਹਮਣੇ ਆਹ ਵਾਲਾ ਪੇਜ ਖੁੱਲੇਗਾ, ਜਿਹਦੇ ਵਿੱਚ ਤੁਸੀਂ ਕਰਨਾ ਕੀ ਹੈ, ਪਹਿਲਾਂ ਤਾਂ ਤੁਸੀਂ ਆਪਦਾ ਨੇਮ ਚੈੱਕ ਕਰ ਲਿਆ। ਨੇਮ ਚੈੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਦਾ ਮਾਤਾ ਦਾ ਨਾਮ ਜਿਹੜਾ ਵੀ ਹੈ, ਜਿਵੇਂ ਹਰੇਕ ਡਾਕੂਮੈਂਟ ਤੇ ਉਹੀ ਹੋਣਾ ਚਾਹੀਦਾ, ਤੁਸੀਂ ਮਾਤਾ ਦਾ ਨਾਮ ਫਿਲ ਕਰਨ ਤੋਂ ਬਾਅਦ ਆਪਦਾ ਜਿਹੜੇ ਪਾਪਾ ਦਾ ਨਾਮ ਹੈ ਜੀ ਉਹ ਫਿਲ ਕਰੋਗੇ। ਕੈਟਾਗਰੀ ਕਿਹੜੀ ਹੈ ਜੀ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ, ਕੈਟਾਗਰੀ ਫਿਲ ਕਰਨ ਦੀ ਕਿਉਂ ਲੋੜ ਹੈ ਜੀ, ਕਿਉਂਕਿ ਤੁਹਾਨੂੰ ਇਹਦੇ ਆਧਾਰ ਤੇ ਹੀ ਤੁਹਾਨੂੰ ਜਿਹੜੀ ਫੀਸ ਹੈ ਜੀ ਉਹ ਤੁਹਾਨੂੰ ਦੇਣੀ ਪਵੇਗੀ। ਇਹ ਫਿਲ ਕਰਨ ਤੋਂ ਬਾਅਦ ਤੁਹਾਡਾ ਜੈਂਡਰ ਕੀ ਹੈ ਜੀ, ਤੁਸੀਂ ਜੇ ਕੁੜੀ ਹੋ ਤਾਂ ਮੇਲ, ਫਿਰ ਫੀਮੇਲ। ਉਸ ਤੋਂ ਬਾਅਦ ਇੱਥੇ ਡੇਟ ਆਫ ਬਰਥ ਫਿਲ ਕਰ ਦਿਓ। ਮੈਰਿਟਲ ਸਟੇਟਸ ਕੀ ਹੈ ਜੀ, ਤੁਸੀਂ ਵਿਆਹੇ ਹੋ ਜਾਂ ਫਿਰ ਨਹੀਂ ਵਿਆਹੇ ਹੋਏ, ਤੁਸੀਂ ਫਿਰ ਜੇ ਵਿਆਹੇ ਹੋ ਤੇ ਮੈਰਿਡ ਭਰ ਦਿਓ, ਨਹੀਂ ਤਾਂ ਅਨਮੈਰਿਡ। ਉਸ ਤੋਂ ਬਾਅਦ ਨੈਸ਼ਨੈਲਿਟੀ ਕੀ ਹੈ ਜੀ, ਤੁਸੀਂ ਕੀ ਨਾਗਰਿਕਤਾ ਕੀ ਹੈ ਜੀ, ਤੁਸੀਂ ਬਾਹਰ ਤੋਂ ਜਾਂ ਫਿਰ ਇੰਡੀਅਨ ਹੋ, ਜਿਵੇਂ ਕਿ ਇੰਡੀਅਨ ਹੀ ਤੁਸੀਂ ਸਾਰੇ ਭਰੋਗੇ। ਸੋ ਇਸ ਤੋਂ ਬਾਅਦ ਇੰਪਲੋਇਮੈਂਟ ਸਟੇਟਸ ਕੀ ਹੈ ਜੀ ਤੁਹਾਡਾ, ਜੇਕਰ ਤਾਂ ਜੌਬ ਮਿਲੀ ਹੈ ਫਿਰ ਤੁਸੀਂ ਇੰਪਲੋਇਡ ਭਰ ਦੋਗੇ, ਜੇ ਨਹੀਂ ਮਿਲੀ ਤੇ ਨਾਟ ਇੰਪਲੋਇਡ ਭਰ ਦੋਗੇ। ਉਸ ਤੋਂ ਬਾਅਦ ਤੁਸੀਂ ਕੀ ਪਹਿਲਾਂ ਵੀ ਤੁਸੀਂ PS TET ਦਿੱਤਾ ਹੈ, ਇੱਥੇ ਲਿਖਿਆ ਹੋਇਆ ਨਾ, ਹੈਵ ਯੂ ਅਪੀਅਰਡ ਇਨ ਐਨੀ ਵਨ অর ਮੋਰ ਆਫ ਦਾ ਲਾਸਟ 3 PS TET ਐਗਜ਼ਾਮੀਨੇਸ਼ਨ। ਜੇ ਪਹਿਲਾਂ ਤੁਸੀਂ ਕੋਈ PS TET ਪੇਪਰ ਦਿੱਤਾ ਹੈ ਤਾਂ ਇੱਥੇ ਯੈਸ ਕਰ ਦਿਓ, ਜੇ ਨਹੀਂ ਕੀਤਾ ਹੈ ਤਾਂ ਨੋ ਕਰ ਦਿਓ, ਠੀਕ ਹੈ ਨਾ ਜੀ। ਸੋ ਇੱਥੇ ਆਪਦਾ ਕੈਂਡੀਡੇਟ ਦਾ ਮੇਲਿੰਗ ਐਡਰੈਸ ਭੇਜ ਦਿਓ, ਮਤਲਬ ਕਿ ਤੁਸੀਂ ਆਪਦਾ ਜਿਹੜਾ ਪਰਮਾਨੈਂਟ ਐਡਰੈਸ ਹੈ ਤੁਸੀਂ ਉਹ ਇੱਥੇ ਫਿਲ ਕਰ ਸਕਦੇ ਹੋ। ਇਹ ਫਿਲ ਕਰਨ ਤੋਂ ਬਾਅਦ ਜਿਹੜਾ ਆਪਦਾ ਤੁਸੀਂ ਪਰਮਾਨੈਂਟ ਐਡਰੈਸ ਹੈ ਜੀ ਉਹ ਵੀ ਫਿਲ ਕਰ ਦਿਓ, ਕਿਉਂਕਿ ਇਹਦੇ ਆਧਾਰ ਤੇ ਹੀ ਤੁਹਾਨੂੰ ਜਿਹੜਾ ਵੀ ਸਟੇਸ਼ਨ ਹੈ, ਸਟੇਸ਼ਨ ਦਾ ਮਤਲਬ ਇਹ ਕਿ ਤੁਸੀਂ ਜਿੱਥੇ ਐਗਜ਼ਾਮ ਦਿਓਗੇ ਸੋ ਇਹਦੇ ਆਧਾਰ ਤੇ ਹੀ ਰੱਖਿਆ ਜਾਏਗਾ। ਸੋ ਮੈਂ ਹੁਣ ਇਹ ਸਾਰੀ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਜਿਹੜਾ ਇੱਥੇ ਸੇਵ ਐਂਡ ਕੰਟੀਨਿਊ ਹੈ ਇੱਥੇ ਮੈਂ ਕਲਿੱਕ ਕਰੂੰਗਾ, ਫਿਰ ਆਪਾਂ ਵੇਖਦੇ ਹਾਂ ਜੀ ਉਸ ਤੋਂ ਅੱਗੇ ਆਪਾਂ ਕੀ ਕਰਨਾ ਹੈ। ਸੋ ਦੋਸਤੋ ਮੈਂ ਇੱਥੇ ਆਪਦਾ ਐਡਰੈਸ ਤਾਂ ਫਿਲ ਕਰ ਲਿਆ ਸੀਗਾ, ਬਟ ਮੈਂ ਇੱਥੇ ਕਰਨਾ ਕੀ ਹੈ, ਜਿਵੇਂ ਮੰਨ ਲਓ ਕਿ ਜਿਹੜਾ ਮੇਰਾ ਐਡਰੈਸ ਹੈਗਾ ਉਹ ਸੇਮ ਜਿਹੜਾ ਮੇਲਿੰਗ ਐਡਰੈਸ ਹੈ ਤੇ ਪਰਮਾਨੈਂਟ ਐਡਰੈਸ ਸੇਮ ਹੀ ਹੈ। ਸੋ ਮੈਂ ਇੱਥੇ ਕਲਿੱਕ ਕਰੂੰਗਾ। ਇੱਥੇ ਜਦੋਂ ਕਲਿੱਕ ਕਰਦਾ ਨਾ ਮੈਂ, ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਵੀ ਇਹ ਸੇਮ ਚੀਜ਼ਾਂ ਫਿਲ ਕਰੀਆਂ ਜਾਣਗੀਆਂ। ਸੋ ਇਸ ਤੋਂ ਬਾਅਦ ਆਪਾਂ ਸੇਵ ਐਂਡ ਕੰਟੀਨਿਊ ਕਰਾਂਗੇ।
ਕਰਾਂਗੇ। ਜਦੋਂ ਆਪਾਂ ਸੇਵ ਐਂਡ ਕੰਟੀਨਿਊ ਕੀਤਾ ਤੁਹਾਡੇ ਸਾਹਮਣੇ ਆਹ ਵਾਲਾ ਪੇਜ ਖੁੱਲੇਗਾ। ਮਤਲਬ ਇਹ ਕਿ ਮੈਂ ਜਿਹੜੀ ਜਰਨਲ ਪ੍ਰੋਫਾਈਲ ਵਾਲਾ ਜਿਹੜਾ ਸੈਕਸ਼ਨ ਸੀਗਾ ਉਹ ਤਾਂ ਮੈਂ ਕੰਪਲੀਟ ਕਰ ਲਿਆ ਹੈ। ਹੁਣ ਮੈਂ ਕੀ ਕਰਨਾ ਹੈ, ਫੋਟੋ ਤੇ ਸਿਗਨੇਚਰ ਅਪਲੋਡ ਕਰੂੰਗਾ। ਸੋ ਮੈਂ ਹੁਣ ਉਹ ਵੀ ਤੁਹਾਨੂੰ ਅਪਲੋਡ ਕਰਕੇ ਵਿਖਾ ਦਿੰਨਾ ਜੀ। ਸੋ ਹੁਣ ਮੈਂ ਕੀ ਕਰੂੰਗਾ, ਇੱਥੇ ਤੁਹਾਨੂੰ ਅਪਡੇਟ ਫੋਟੋ ਤੇ ਸਿਗਨੇਚਰ ਦੀ ਆਪਸ਼ਨ ਆ ਰਹੀ ਹੈ। ਸੋ ਮੈਂ ਤੁਹਾਨੂੰ ਲਾਈਵ ਵੈਸੇ ਕਰਕੇ ਵੀ ਵਿਖਾ ਦੂੰਗਾ ਅਪਲੋਡ। ਜਿਵੇਂ ਮੈਂ ਇੱਥੇ ਕਲਿੱਕ ਕੀਤਾ, ਸੋ ਮੈਂ ਇੱਥੇ ਜਿਵੇਂ ਕਿ ਕਲਿੱਕ ਕਰਨ ਜਾ ਰਿਹਾ। ਸੋ ਉੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆਹ ਆਪਸ਼ਨ ਆਉਣਗੀਆਂ ਜਿੱਥੇ ਇਹ ਲਿਖਿਆ ਹੋਇਆ ਕਿ ਜਿਹੜੀ ਤੁਹਾਡੀ ਫੋਟੋ ਹੋਏਗੀ ਉਹ 15 ਤੋਂ ਲੈ ਕੇ 50 KB ਤੋਂ ਵਿੱਚ ਹੋਣੀ ਚਾਹੀਦੀ, ਉਸ ਤੋਂ ਵੱਡੀ ਨਹੀਂ ਹੋਣੀ ਚਾਹੀਦੀ। ਤੇ ਜਿਹੜੇ ਤੁਹਾਡੇ ਸਿਗਨੇਚਰ ਹੋਣਗੇ ਉਹ 5 ਤੋਂ ਲੈ ਕੇ 30 KB ਤੋਂ ਕਹਿ ਲਓ ਵੀ ਵੱਡੇ ਨਹੀਂ ਹੋਣੇ ਚਾਹੀਦੇ। 5 ਤੋਂ ਵੱਡੇ ਹੋਣੇ ਚਾਹੀਦੇ ਆ ਤੇ 30 KB ਤੋਂ ਛੋਟੇ, ਮਤਲਬ ਕਿ ਕਹਿ ਲਓ ਕਿ ਵੱਡੇ ਨਹੀਂ ਹੋਣੇ ਚਾਹੀਦੇ ਤੇ 5 ਤੋਂ ਛੋਟੇ ਨਹੀਂ ਹੋਣੇ ਚਾਹੀਦੇ। ਸੋ ਇੱਥੇ ਮੈਂ ਆਪਦੀ ਜਿਵੇਂ ਕਿ ਇੱਥੇ ਮੈਂ ਪਹਿਲਾਂ ਹੀ ਵੈਸੇ ਫੋਟੋਜ਼ ਛੋਟੀਆਂ ਕਰਕੇ ਰੱਖੀਆਂ ਹੋਈਆਂ। ਤੁਸੀਂ ਇਹ ਫੋਨ ਦੇ ਵਿੱਚ ਵੀ ਕਾਫੀ ਐਪਲੀਕੇਸ਼ਨ ਆਉਂਦੀਆਂ ਹੈਗੀਆਂ ਜੀ ਜਿੱਥੇ ਤੁਸੀਂ ਉਹਨਾਂ ਫੋਟੋਜ਼ ਦਾ ਜਿਹੜਾ ਸਾਈਜ਼ ਹੈ ਜੀ ਰਿਡਿਊਸ ਕਰ ਸਕਦੇ ਹੋ। ਸੋ ਮੈਂ ਇੱਥੇ ਕਲਿੱਕ ਕੀਤਾ, ਇੱਥੇ ਜਿਹੜੀ ਮੇਰੀ ਫੋਟੋ ਹੈਗੀ ਜੀ ਉਹ ਆ ਜਾਣੀ ਹੈ। ਸੋ ਇੱਥੇ PC ਦੇ ਵਿੱਚ ਮੈਂ ਜਿੱਥੇ ਵੀ ਸੇਵ ਕੀਤੀ ਹੋਈ ਆ, ਸੋ ਇੱਥੇ ਜਿਵੇਂ ਕਿ ਮੇਰੀ ਫੋਟੋ ਹੈਗੀ ਆ, ਮੈਂ ਇੱਥੇ ਇਹਨੂੰ ਓਪਨ ਕੀਤਾ। ਸੋ ਇੱਥੇ ਫੋਟੋ ਆ ਗਈ ਹੈ ਜੀ। ਇਸ ਤੋਂ ਬਾਅਦ ਜਿਹੜੇ ਮੇਰੇ ਆਪ ਦੇ ਸਿਗਨੇਚਰ ਹੈਗੇ ਆ ਜੀ, ਮੈਂ ਉੱਥੇ ਉਹ ਕਲਿੱਕ ਕੀਤੇ ਤੇ ਮੈਂ ਮੇਰਾ ਜਿਹੜਾ ਆਪ ਦਾ ਸਿਗਨੇਚਰ ਸੀ ਮੈਂ ਤੇ ਇਹ ਕਲਿੱਕ ਕੀਤਾ ਤੇ ਮੈਂ ਇਸ ਤੋਂ ਬਾਅਦ ਇਹਨੂੰ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰਦਾ ਤੇ ਤੁਹਾਨੂੰ ਮੈਂ ਅਗਲੇ ਪੇਜ ਤੇ ਲੈ ਜਾਣਾ। ਜਦੋਂ ਆਪਾਂ ਅਗਲੇ ਪੇਜ ਤੇ ਆਏ ਤੁਹਾਨੂੰ ਫਿਰ ਇਹੀ ਸੇਮ ਚੀਜ਼ਾਂ ਵੇਖਣ ਨੂੰ ਮਿਲਣਗੀਆਂ। ਮਤਲਬ ਇਹ ਕਿ ਪੇਪਰ ਐਂਡ ਅਕੈਡਮਿਕ ਕੁਆਲੀਫਿਕੇਸ਼ਨ। ਹੁਣ ਤੁਸੀਂ ਕੀ ਕਰਨਾ ਹੈ ਜੀ, ਤੁਸੀਂ ਜਿਹੜੇ ਆਪ ਦੇ ਆ ਜਿਹੜੇ ਤੁਹਾਡੇ ਹੈਗੇ ਆ ਜੀ, ਜੇ ਤੁਸੀਂ ਉੱਪਰੋਂ ਵੇਖੋ ਥਰਡ ਆਪਸ਼ਨ ਤੇ ਇੱਥੇ ਕੀ ਲਿਖਿਆ ਹੋਇਆ ਜੀ, ਪ੍ਰੀਵਿਊ ਐਂਡ ਲੌਗ ਫਾਰਮ। ਸੋ ਜਦੋਂ ਮੈਂ ਪ੍ਰੀਵਿਊ ਐਂਡ ਲੌਗ ਫਾਰਮ ਕਰੂੰਗਾ ਮੈਨੂੰ ਲੱਗਦਾ ਫਿਰ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ ਜੀ ਬਾਕੀ ਸ਼ੁਰੂ ਹੋਏਗਾ। ਸੋ ਮੈਂ ਇੱਥੇ ਕਲਿੱਕ ਕਰਕੇ ਵੇਖਦਾ ਕੀ ਆਏਗਾ। ਸੋ ਦੋਸਤੋ ਜਦੋਂ ਤੁਸੀਂ ਉੱਥੇ ਕਲਿੱਕ ਐਂਡ ਪ੍ਰੀਵਿਊ ਦੇ ਕਲਿੱਕ ਕੀਤਾ ਤੁਹਾਡੇ ਸਾਹਮਣੇ ਆਹ ਵਾਲਾ ਪੇਜ ਖੁੱਲੇਗਾ ਜਿੱਥੇ ਤੁਹਾਡੀ ਸਾਰੀ ਜਾਣਕਾਰੀ ਲਿਖੀ ਹੋਏਗੀ। ਮਤਲਬ ਇਹ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੋਈ ਇਨਫੋਰਮੇਸ਼ਨ ਗਲਤ ਹੋ ਗਈ ਹੈ ਜਾਂ ਫਿਰ ਗਲਤ ਭਰੀ ਗਈ ਹੈ ਫਿਰ ਤੁਸੀਂ ਉਹਨੂੰ ਸਹੀ ਕਰਕੇ ਲਿਖ ਸਕਦੇ ਹੋ, ਠੀਕ ਹੈ ਨਾ ਜੀ। ਸੋ ਇੱਥੇ ਮੈਂ ਕੀ ਕਰੂੰਗਾ ਜੀ, ਲੌਗ ਕਰ ਦੂੰਗਾ। ਸੋ ਲੌਗ ਜਦੋਂ ਮੈਂ ਇੱਥੇ ਆ ਬਟਨ ਤੁਸੀਂ ਵੇਖ ਰਹੇ ਹੋ, ਲੌਗ ਬਟਨ ਤੇ ਜਦੋਂ ਮੈਂ ਕਲਿੱਕ ਕਰੂੰਗਾ ਫਿਰ ਜਿਹੜਾ ਅਗਲਾ ਪ੍ਰੋਸੈਸ ਹੈ ਜੀ ਉਹ ਸ਼ੁਰੂ ਹੋਏਗਾ। ਸੋ ਮੈਂ ਇੱਕ ਵਾਰ ਲੌਗ ਕਰਨ ਤੋਂ ਬਾਅਦ ਤੁਹਾਨੂੰ ਅਗਲੇ ਪੇਜ ਤੇ ਲੈ ਜਾਣਾ। ਸੋ ਪ੍ਰੀਵਿਊ ਐਂਡ ਲੌਗ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆ ਜਾਏਗਾ ਪੇਪਰ, ਪੇਮੈਂਟ ਪਲੱਸ ਪ੍ਰਿੰਟ। ਸੋ ਆਪਾਂ ਇੱਥੇ ਕਲਿੱਕ ਕਰਦੇ ਹਾਂ ਤੇ ਮੈਂ ਤੁਹਾਨੂੰ ਹੁਣ ਅਗਲੇ ਪੇਜ ਤੇ ਲੈ ਕੇ ਜਾਣਾ ਜੀ। ਸੋ ਦੋਸਤੋ ਹੁਣ ਆਪਾਂ ਅਗਲੇ ਪੇਜ ਤੇ ਆ ਚੁੱਕੇ ਹਾਂ। ਹੁਣ ਇੱਥੇ ਤੁਸੀਂ ਕਰਨਾ ਕੀ ਹੈ, ਇੱਥੇ ਤੁਸੀਂ ਅਪਲਾਈ ਫॉर ਪੇਪਰ ਕਰਨਾ ਹੈ। ਜਦੋਂ ਤੁਸੀਂ ਅਪਲਾਈ ਫॉर ਪੇਪਰ ਕਰਦੇ ਹੋ ਸੋ ਇੱਥੇ ਪਹਿਲਾਂ ਤਾਂ ਤੁਸੀਂ ਇਹ ਵੇਖਿਓ ਕਿ ਪੇਪਰ ਤੁਸੀਂ 1 ਦੇਣਾ ਚਾਹੁੰਦੇ ਹੋ ਜਾਂ ਫਿਰ ਪੇਪਰ 2 ਜਾਂ ਫਿਰ ਦੋਵੇਂ ਪੇਪਰ ਹੀ ਦੇਣਾ ਚਾਹੁੰਦੇ ਹੋ। ਸੋ ਜਿਹਦੇ ਅਕੋਰਡਿੰਗ ਮੈਂ ਚਲੋ ਪੇਪਰ ਬੋਥ 1 ਐਂਡ 2 ਤੇ ਕਰ ਦੇਣਾ, ਜਿਹਦੇ ਨਾਲ ਤੁਹਾਡੇ ਆਹ ਵਾਲੇ ਡਾਊਟ ਵੀ ਕਲੀਅਰ ਹੋ ਜਾਣਗੇ। ਜੇ ਤੁਸੀਂ ਪੇਪਰ 1 ਦੇ ਰਹੇ ਹੋ ਤੇ ਕੀ ਫਿਲ ਕਰਨਾ ਪਏਗਾ, ਪੇਪਰ 2 ਦੇ ਰਹੇ ਹੋ ਤੇ ਕੀ ਫਿਲ ਕਰਨਾ ਪਏਗਾ। ਸੋ ਜਿੱਥੇ ਮੈਂ ਇੱਥੇ ਪੇਪਰ 1 ਤੇ 2 ਤੇ ਕਲਿੱਕ ਕੀਤਾ, ਸੋ ਇੱਥੇ ਕੀ ਆ ਗਿਆ ਜੀ, ਇੱਥੇ ਆ ਗਿਆ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਪੇਪਰ 1 ਦੇ ਲਈ ਪਹਿਲਾਂ ਦੱਸੋ। ਪੇਪਰ 1 ਲਈ ਪੁੱਛੀ ਜਾ ਰਹੀ ਹੈ ਕਲਾਸ 1 ਤੋਂ ਲੈ ਕੇ 5th ਤੱਕ। ਸੋ ਮੈਂ ਇੱਥੇ ਕੀ ਫਿਲ ਕਰ ਦਊਂਗਾ ਜੀ, ਕਿਉਂਕਿ ਮੰਨ ਲਓ ਵੀ ਮੈਂ ਤਾਂ ਵੈਸੇ ਬੀਐਡ ਹੀ ਕੀਤੀ ਹੋਈ ਆ, ਵੈਸੇ ਤਾਂ ਚਲੋ ਮੈਂ ਇੱਥੇ ਫੀਸ ਪੇ ਕਰੂੰਗਾ ਨਹੀਂ ਕਿਉਂਕਿ ਮੈਂ ਤਾਂ ਆਲਰੇਡੀ ਕਲੀਅਰ ਕਰੀ ਬੈਠਾ ਨਾ ਪੇਪਰ। ਸੋ ਮੈਨੂੰ ਲੋੜ ਨਹੀਂ ਹੈਗੀ, ਮੈਂ ਤਾਂ ਤੁਹਾਨੂੰ ਬਸ ਸਮਝਾਉਣ ਲਈ ਦੱਸ ਰਿਹਾ ਕਿ ਮੈਂ ਇੱਥੇ ਕਰਤਾ 6 ਆਪਸ਼ਨ, ਕਿਉਂਕਿ ਮੈਂ ਜਿਹੜੀ ਬੀਐਡ ਕੀਤੀ ਹੈ 50% ਐਟਲੀਸਟ ਬੀਐਡ ਦੇ ਵਿੱਚ ਨੰਬਰ ਹੋਣੇ ਚਾਹੀਦੇ ਆ ਜੀ, ਤੇ ਮੈਂ ਗ੍ਰੈਜੂਏਸ਼ਨ ਕੀਤੀ ਹੈ। ਸੋ ਮੈਂ ਇੱਥੇ ਕਰਤਾ 6 ਆਪਸ਼ਨ ਇੱਥੇ ਪਹਿਲੀ ਪੇਪਰ 1 ਦੇ ਵਿੱਚ। ਸੋ ਇੱਥੇ ਇਹਨਾਂ ਨੇ ਸਿਲੈਕਟ ਕਰਤਾ। ਹੁਣ ਇੱਥੇ ਪੇਪਰ 2 ਦੀ ਗੱਲ ਪੁੱਛੀ ਜਾ ਰਹੀ ਹੈ ਕਿ ਸਬਜੈਕਟ ਕਿਹੜੇ ਆ। ਪਹਿਲਾਂ ਤਾਂ ਕਿਉਂਕਿ ਮੈਥ ਸਾਇੰਸ ਹੁੰਦਾ ਹੈ ਨਾ, ਤੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਿਓ ਜਿਹੜੇ ਮੈਥ ਵਾਲੇ ਵਿਦਿਆਰਥੀ ਨੇ ਉਹ ਮੈਥ ਸਾਇੰਸ ਹੀ ਕਲਿੱਕ ਕਰਿਓ, ਕਿਉਂਕਿ ਕਈ ਵਾਰ ਇਹੋ ਜਿਹੇ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕੈਫੇ ਵਾਲਿਆਂ ਤੋਂ ਜਾਂ ਫਿਰ ਕਿਸੇ ਤੋਂ ਵੀ ਗਲਤ ਭਰਵਾ ਲੈਂਦੇ ਆ, ਜਿਹਦੇ ਕਰਕੇ ਉਹਨਾਂ ਦਾ ਜਿਹੜਾ ਬਹੁਤ ਹੀ ਇੰਪੋਰਟੈਂਟ ਜਿਹੜਾ ਚਾਂਸ ਹੈ ਜੀ ਉਹ ਲੌਸਟ ਹੋ ਜਾਂਦਾ। ਮਤਲਬ ਕਿ ਉਹਨਾਂ ਨੂੰ ਬਾਅਦ ਵਿੱਚ ਬਹੁਤ ਹੀ ਜ਼ਿਆਦਾ ਪਛਤਾਵਾ ਹੁੰਦਾ ਕਿ ਜਿਹੜੇ ਲੋਕ ਸੀਗੇ ਜਾਂ ਫਿਰ ਕਿਸੇ ਤੋਂ ਫਿਲ ਕਰਵਾਇਆ ਸੀ ਉਹਨੇ ਗਲਤ ਫਿਲ ਕਰਤਾ ਤੇ ਬਾਅਦ ਵਿੱਚ ਉਹ ਸਾਰੀ ਉਮਰ ਹੀ ਰੋਂਦੇ ਰਹਿੰਦੇ ਆ। ਸੋ ਜਿਵੇਂ ਕਿ ਮੈਂ ਸੋਸ਼ਲ ਸਾਇੰਸ ਦਾ ਸਟੂਡੈਂਟ ਆ, ਕਿਉਂਕਿ ਮੈਂ BA ਕੀਤੀ ਹੋਈ ਆ, ਉਹਦੇ ਨਾਲ ਗ੍ਰੈਜੂਏਸ਼ਨ ਦੇ ਨਾਲ ਫਿਰ ਮੈਂ ਬੀਐਡ ਕੀਤੀ ਹੈ ਜੀ। ਸੋ ਇੱਥੇ ਮੈਂ ਸੋਸ਼ਲ ਸਾਇੰਸ ਚੂਜ਼ ਕਰ ਲਿਆ। ਸੋਸ਼ਲ ਸਾਇੰਸ ਚੂਜ਼ ਕਰਨ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਹੈ ਜੀ, ਮਿਨੀਮਮ ਐਜੂਕੇਸ਼ਨਲ ਕੁਆਲੀਫਿਕੇਸ਼ਨ ਫਿਲ ਕਰਨੀ ਹੈ ਪੇਪਰ 2 ਦੇ ਲਈ, ਜਿਵੇਂ ਕਿ ਮੈਂ ਇੱਥੇ ਕਰਦਾ ਕਿਉਂਕਿ ਮੈਂ ਤਾਂ ਬੀਐਡ ਹੀ ਕੀਤੀ ਹੈ ਨਾ। ਸੋ ਇੱਥੇ ਤੁਹਾਡੇ ਸਾਹਮਣੇ ਇੱਕ ਹੋਰ ਆਪਸ਼ਨ ਆ ਰਹੀ ਹੈ। ਸੋ ਦੋਸਤੋ ਜਿੱਥੇ ਤੱਕ ਮੈਂ ਆਪਸ਼ਨਾਂ ਵੇਖ ਪਾ ਰਿਹਾ ਇਹਨਾਂ ਨੇ ਨਾ ਕੁਝ ਮਿਸਟੇਕ ਕੀਤੀ ਹੋਈ ਹੈ, ਟੈਕਨੀਕਲ ਮਿਸਟੇਕ ਹੈ ਉਹਨਾਂ ਵੱਲੋਂ। ਮੈਨੂੰ ਲੱਗਦਾ ਕੁਝ ਟਾਈਮ ਦੇ ਵਿੱਚ ਸਹੀ ਵੀ ਕਰ ਦੇਣਗੇ। ਸੋ ਇਹਦੇ ਵਿੱਚ ਮੰਨ ਲਓ ਕਿ ਇੱਥੇ ਆਪਾਂ ਫਿਲ ਕੀ ਕਰਨਾ ਸੀਗਾ ਵੀ ਗ੍ਰੈਜੂਏਸ਼ਨ ਵਿਦ 50% ਮਾਰਕਸ ਐਂਡ ਬੈਚਲਰ ਆਫ ਐਜੂਕੇਸ਼ਨ, ਠੀਕ ਹੈ ਨਾ ਜੀ। ਸੋ ਇੱਥੇ ਆਪਾਂ ਕੀ ਕਰਨਾ ਸੀਗਾ ਜੀ, ਇਹ ਇੱਥੇ ਇਹਨਾਂ ਦੇ ਵਿੱਚ ਆਪਸ਼ਨ ਆ ਨਹੀਂ ਰਹੀ, ਬਟ ਫਿਰ ਵੀ ਆਪਾਂ ਇਹਦੇ ਆਧਾਰ ਤੇ, ਕਿਉਂਕਿ ਜੇ ਤੁਸੀਂ ਵੇਖੋ ਜਿਨ੍ਹਾਂ ਨੇ ਬੀਐਡ ਕੀਤੀ ਹੋਈ ਹੈ ਉਹ ਫਸਟ ਈਅਰ ਕੋਰਸ ਤਾਂ ਕਰ ਨਹੀਂ ਸਕਦੇ, ਜਿਵੇਂ ਕਿ 6ਵੀਂ ਆਪਸ਼ਨ ਹੈ ਇਹ ਫਿਲ ਨਹੀਂ ਕਰ ਸਕਦੇ। ਬਾਅਦ ਵਿੱਚ ਜਿਹੜੀ 5ਵੀਂ ਆਪਸ਼ਨ ਹੈ ਇਹਦੇ ਵਿੱਚ ਕਹਿ ਰਹੇ 4 ਸਾਲਾਂ ਵਾਲਾ ਕੋਰਸ ਹੈ, ਇਹ ਵੀ ਆਪਾਂ ਨਹੀਂ ਕੀਤਾ ਹੋਇਆ। ਚੌਥੀ ਆਪਸ਼ਨ ਦੇ ਵਿੱਚ ਵੀ 4 ਸਾਲਾਂ ਵਾਲਾ ਕੋਰਸ ਹੈ ਜੀ, ਇਹ ਵੀ ਆਪਾਂ ਨਹੀਂ ਕੀਤਾ ਹੋਇਆ। ਤੇ ਆਪਸ਼ਨ ਨੰਬਰ 3 ਦੇ ਵਿੱਚ ਫਸਟ ਈਅਰ ਕੋਰਸ ਵੀ ਆਪਾਂ ਨਹੀਂ ਕੀਤਾ, ਨਾਲ ਤਾਂ ਆਪਾਂ ਦੂਸਰੇ ਨੰਬਰ ਵਾਲੀ ਜਿਹੜੀ ਆਪਸ਼ਨ ਹੈ ਫਸਟ ਈਅਰ ਵਾਲਾ ਕੋਰਸ ਆਪਾਂ ਇਹ ਵੀ ਨਹੀਂ ਕੀਤਾ ਹੋਇਆ। ਤੇ ਆਪਣੇ ਕੋਲ ਆਪਸ਼ਨ ਕਿਹੜੀ ਰਹਿ ਜਾਂਦੀ ਹੈ ਜੀ, ਸਿਰਫ ਆਪਸ਼ਨ ਨੰਬਰ ਫਸਟ। ਤੇ ਕੱਲ ਨੂੰ ਵੈਸੇ ਜੇਕਰ ਉਹਨਾਂ ਨੂੰ ਇਹ ਫੀਡਬੈਕ ਜਾਏਗਾ ਤੇ ਉਹ ਆਪਦੀ ਜਿਹੜੀ ਵੈਬਸਾਈਟ ਤੇ ਇਹ ਚੇਂਜ ਵੀ ਕਰ ਦੇਣਗੇ, ਤੁਸੀਂ ਥੋੜਾ ਵੇਟ ਕਰ ਲਿਓ। ਸੋ ਉਸ ਸਿਚੁਏਸ਼ਨ ਦੇ ਅਕੋਰਡਿੰਗ ਜੇ ਆਪਾਂ ਫਿਲ ਕਰ
ਕਰਨਾ ਹੋਵੇ ਤੇ ਆਪਾਂ ਇੱਥੇ ਕੀ ਫਿਲ ਕਰਾਂਗੇ ਜੀ, ਗ੍ਰੈਜੂਏਸ਼ਨ ਐਂਡ ਪਾਸਡ ਔਰ ਅਪੀਅਰਿੰਗ ਇਨ ਫਾਈਨਲ ਈਅਰ ਆਫ 2 ਈਅਰ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ। ਵੈਸੇ ਇੱਥੇ ਕੀ ਆਉਣਾ ਚਾਹੀਦਾ ਸੀਗਾ ਜੀ, ਇੱਥੇ ਆਉਣਾ ਚਾਹੀਦਾ ਸੀਗਾ ਬੈਚਲਰ ਆਫ ਐਜੂਕੇਸ਼ਨ ਆਉਣਾ ਚਾਹੀਦਾ ਸੀ, ਜਾਂ ਫਿਰ ਮੈਨੂੰ ਲੱਗਦਾ ਕਿ ਆਹ ਵਾਲੀ ਜਿਹੜੀ ਆਪਸ਼ਨ ਹੈਗੀ ਹੈ ਜਿਹੜੇ ਤੁਹਾਡੇ ਸਾਹਮਣੇ ਆਹ ਵਾਲੀ ਓਪਨ ਹੋ ਰਹੀ ਹੈ, ਆਹ ਵਾਲੀ ਇਹਨਾਂ ਨੇ ਇੱਥੇ ਰੱਖਣੀ ਸੀਗੀ, ਠੀਕ ਹੈ ਨਾ ਜੀ। ਸੋ ਤੁਸੀਂ ਉਸ ਸਿਚੁਏਸ਼ਨ ਦੇ ਅਕੋਰਡਿੰਗ ਇੱਕ ਦੋ ਦਿਨ ਤੁਸੀਂ ਵੇਟ ਕਰ ਲਿਓ, ਜੇਕਰ ਇਹ ਹਜੇ ਵੀ ਨਹੀਂ ਸਹੀ ਹੁੰਦਾ ਸੋ ਮੈਂ ਇੱਥੇ ਇੱਕ ਵਾਰ ਤੁਹਾਨੂੰ ਸਿਰਫ ਡੈਮੋ ਦੇਣ ਲਈ, ਤੁਹਾਨੂੰ ਐਕਸਪਲੇਨ ਕਰਨ ਲਈ ਸਿਚੁਏਸ਼ਨ ਦੇ ਅਕੋਰਡਿੰਗ ਤੁਸੀਂ ਆਪ ਹੀ ਹੈਂਡਲ ਕਰ ਲਿਓ ਵੈਸੇ ਤਾਂ। ਸੋ ਮੈਂ ਇੱਥੇ 2 ਈਅਰ ਵਾਲਾ ਆਹ ਵਾਲਾ ਜਿਹੜਾ ਕੋਰਸ ਹੈ ਜੀ ਉਹ ਮੈਂ ਇੱਥੇ ਆਪਟ ਕਰ ਲਿਆ। ਵੈਸੇ ਆਹ ਵਾਲੀ ਕੁਆਲੀਫਿਕੇਸ਼ਨ ਬਣਦੀ ਕਿਹਦੇ ਚ ਸੀਗੀ ਜੀ, ਇਹ ਪੇਪਰ 1 ਦੀ ਕੁਆਲੀਫਿਕੇਸ਼ਨ ਹੈ ਜੀ ਬਣ ਰਹੀ ਸੀਗੀ, ਬਟ ਚਲੋ ਮੈਂ ਤੁਹਾਨੂੰ ਸਮਝਾਉਣ ਲਈ ਇੱਥੇ ਇਹ ਫਿਲ ਕਰ ਦਿੱਤਾ ਹੈ ਜੀ। ਸੋ ਹੁਣ ਆਪਾਂ ਕੀ ਕਰਨਾ ਹੈ ਜੀ, ਇੱਥੇ ਆਪਾਂ ਸੀਨੀਅਰ ਸੈਕੰਡਰੀ ਦੇ ਮਾਰਕਸ ਫਿਲ ਕਰਨੇ ਹੈ ਜੀ। ਉਸ ਤੋਂ ਬਾਅਦ ਆਪਦੇ ਜਿਹੜੇ ਗ੍ਰੈਜੂਏਸ਼ਨ ਦੇ ਮਾਰਕਸ ਹੈਗੇ ਆ ਜੀ, ਜਿਵੇਂ ਕਿ ਇੱਥੇ ਸੀਨੀਅਰ ਸੈਕੰਡਰੀ ਤੇ ਆਪਾਂ ਕਲਿੱਕ ਕੀਤਾ, ਫਿਰ ਉੱਥੇ ਆਪਾਂ ਪਾਸਿੰਗ ਈਅਰ ਕਿਹੜਾ ਸੀਗਾ ਜੀ, ਜਿਵੇਂ ਕਿ ਮੰਨ ਲਓ ਵੀ ਮੈਂ 2000। ਸੋ ਦੋਸਤੋ ਸੀਨੀਅਰ ਸੈਕੰਡਰੀ ਦੇ ਵਿੱਚ ਤੁਸੀਂ ਕੀ ਕਰਨਾ ਹੈ ਜੀ, ਇੱਥੇ ਕਲਿੱਕ ਕਰਨਾ ਹੈ, ਤੁਸੀਂ ਆਪਦਾ ਜਿਹੜਾ ਪਾਸਿੰਗ ਈਅਰ ਜਿਵੇਂ ਕਿ ਮੈਂ 2013 ਫਿਲ ਕਰਤਾ ਜੀ। ਮਤਲਬ ਇੱਥੇ ਸੀਨੀਅਰ ਸੈਕੰਡਰੀ ਇੱਥੇ ਫਿਲ ਇਹਨਾਂ ਨੇ ਗੱਲ ਕੀਤੀ ਹੈ ਜੀ। ਸੀਨੀਅਰ ਸੈਕੰਡਰੀ ਦਾ ਮਤਲਬ ਇਹ ਹੈ ਕਿ ਇਹ 12ਵੀਂ ਦੇ ਪੁੱਛ ਰਹੇ ਆ, ਠੀਕ ਹੈ ਨਾ ਜੀ, ਨਹੀਂ ਤਾਂ ਹਾਈ ਸਕੂਲ ਪੁੱਛਣਾ ਸੀ ਜੇਕਰ ਉਹ 10th ਦੇ ਪੁੱਛ ਰਹੇ ਹੁੰਦੇ। ਵੈਸੇ ਆਮ ਤੌਰ ਤੇ ਉਹ 10ਵੀਂ ਦੇ ਹੀ ਪੁੱਛਦੇ ਹੁੰਦੇ ਆ, ਬਟ ਪਤਾ ਨਹੀਂ ਮੈਨੂੰ ਕਿ ਇੱਥੇ ਉਹਨਾਂ ਨੇ ਸੀਨੀਅਰ ਸੈਕੰਡਰੀ ਕਿਉਂ ਲਿਖਿਆ। ਸੋ ਆਪਾਂ ਇੱਥੇ ਆਪਦੇ ਜਿਹੜੇ ਵੀ 12ਵੀਂ ਦੇ ਨੰਬਰ ਹੈਗੇ ਜੀ ਉਹ ਇੱਥੇ ਫਿਲ ਕਰ ਦੇਣੇ ਆ ਜੀ। ਸੋ ਮੈਂ ਇੱਥੇ ਜਿਵੇਂ ਕਿ ਸੀਬੀਐਸਈ ਬੋਰਡ ਸੀਗਾ, ਸੋ ਮੈਂ ਇੱਥੇ ਸੀਬੀਐਸਈ ਬੋਰਡ ਫਿਲ ਕਰਤਾ ਜੀ। ਤੁਸੀਂ ਪੀਐਸਸੀਬੀ ਦੇ ਸੀਗੇ, ਤੁਸੀਂ ਪੀਐਸਸੀ ਵੀ ਫਿਲ ਕਰ ਦਿਓ। ਸੋ ਇੱਥੇ ਤੁਹਾਡੇ ਮੈਕਸਿਮਮ ਮਾਰਕਸ ਕਿੰਨੇ ਆਏ ਸੀਗੇ ਜੀ, ਕਿੰਨੇ ਮਤਲਬ ਕਿ ਇੱਥੇ ਮੈਕਸਿਮਮ ਮਾਰਕਸ ਹੈਗੇ ਕਿੰਨੇ ਸੀ ਤੇ ਤੁਸੀਂ ਤੁਹਾਡੇ ਮਾਰਕਸ ਆਏ ਕਿੰਨੇ ਸੀਗੇ। ਸੋ ਇੱਥੇ ਟੋਟਲ ਇਹਨਾਂ ਨੇ ਆਪ ਹੀ ਕਰ ਲੈਣਾ। ਇਸ ਤੋਂ ਬਾਅਦ ਇੱਥੇ ਗ੍ਰੈਜੂਏਸ਼ਨ ਦੇ ਵਿੱਚ ਕਿੰਨੇ ਮਾਰਕਸ ਆਏ ਸੀਗੇ ਜੀ, ਤੁਸੀਂ ਇਹ ਕੀਤੀ ਕਦੋਂ ਸੀਗੀ, ਜਿਵੇਂ ਕਿ ਮੇਰੀ 2018 ਦੇ ਵਿੱਚ ਹੋਈ ਹੈ ਜੀ ਜਿਹੜੀ ਮੇਰੀ ਗ੍ਰੈਜੂਏਸ਼ਨ ਹੈ। ਸੋ ਮੈਂ ਇੱਥੇ 2018 ਭਰਤਾ। ਸੋ ਨੇਮ ਆਫ ਬੋਰਡ ਕੀ ਹੈ ਜੀ, ਜਿਵੇਂ ਕਿ PUCHD ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਸੋ ਮੈਂ ਇੱਥੇ ਇੱਕ ਵਾਰ ਟਾਈਪ ਵੀ ਕਰਕੇ ਵਿਖਾ ਦੇਣਾ ਤੁਹਾਨੂੰ, PAN। ਸੋ ਇੱਥੇ ਜਿਵੇਂ ਕਿ JABUNIVERSITY, ਫਿਰ ਉਸ ਤੋਂ ਬਾਅਦ ਚੰਡੀਗੜ੍ਹ ਮੈਂ ਇੱਥੇ ਤੁਹਾਡੇ ਸਾਹਮਣੇ ਜੀ ਫਿਲ ਕਰ ਰਿਹਾ। ਇਹ ਫਿਲ ਕਰਨ ਤੋਂ ਬਾਅਦ ਮਤਲਬ ਕਿ ਜਿਹੜੇ ਵੀ ਤੁਹਾਡੇ ਮੈਕਸਿਮਮ ਮਾਰਕਸ ਹੈਗੇ ਆ ਜੀ, ਫਿਰ ਮਾਰਕਸ ਆਬਟੇਨਡ ਕਿੰਨੇ ਆਏ ਆ। ਸੋ ਇਹ ਸਾਰਾ ਕੁਝ ਫਿਲ ਕਰਨ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਵੀ ਡਿਪਲੋਮਾ ਹੈ, ਡਿਗਰੀ ਹੈ, ਸਾਰੇ ਨੰਬਰ ਜਿਹੜੇ ਫਿਲ ਹੈ ਜੀ ਤੁਸੀਂ ਕਰ ਸਕਦੇ ਹੋ। ਵੈਸੇ ਦੋਸਤੋ ਇੱਕ ਗੱਲ ਹੋਰ ਕਲੀਅਰ ਕਰ ਦਵਾਂ ਜੀ, ਇਹਨਾਂ ਵੱਲੋਂ ਵੈਸੇ ਜਿੱਥੇ ਤੱਕ ਮੈਂ ਸਮਝ ਪਾ ਰਿਹਾ, ਇਹਨਾਂ ਨੇ ਜਿਹੜੇ ਵੀ BEd ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਪੇਪਰ 1 ਤੋਂ ਬਾਹਰ ਕਰ ਦਿੱਤਾ ਹੈ। ਪਹਿਲਾਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ, ਬਟ ਮੈਂ ਫਾਰਮ ਵੇਖ ਕੇ ਥੋੜਾ ਬਹੁਤ ਅੰਦਾਜ਼ਾ ਲਗਾ ਪਾ ਰਿਹਾ, ਕਿਉਂਕਿ ਇੱਥੇ ਥੋੜੀ ਜਿਹੀ ਇਹਨਾਂ ਨੇ ਜਿਹੜੀ ਕਰੈਕਸ਼ਨ ਕਰਨੀ ਹੈ ਨਾ, ਉਹ ਕਰੈਕਸ਼ਨ ਕਰਨ ਤੋਂ ਬਾਅਦ ਜਿਹੜੇ BEd ਵਾਲੇ ਵਿਦਿਆਰਥੀ ਹੋਣਗੇ ਉਹ ਪੇਪਰ 1 ਮੁਸ਼ਕਿਲ ਨਾਲ ਭਰ ਸਕਦੇ। ਵੈਸੇ ਚਲੋ ਭਰਤਾ ਦੇਣਗੇ, ਬਟ ਉਹ ਬਾਅਦ ਵਿੱਚ ਮਤਲਬ ਕਿ ਉਹ ਐਵੇਂ ਕੁਝ ਖਾਸ ਉਹਦੀ ਵੈਲਿਊ ਰਹਿ ਨਹੀਂ ਜਾਣੀ। ਬਟ ਤੁਸੀਂ ਜੇਕਰ ਦੇਣਾ ਚਾਹੁੰਦੇ ਹੋ ਤੇ ਕੋਈ ਗੱਲ ਨਹੀਂ ਉਹਦੀ, ਬਟ ਪੇਪਰ 2 ਜਿਹੜਾ ਤੁਸੀਂ ਫਿਲ ਕਰਨਾ ਹੈ ਨਾ, ਜਿਹੜੀ ਉਹਦੀ ਕੁਆਲੀਫਿਕੇਸ਼ਨ ਵਗੈਰਾ, ਇਹ ਤੁਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਫਿਲ ਕਰਨੀ ਹੈ। ਬਾਕੀ ਤੁਹਾਡਾ ਕੋਈ ਹੋਰ ਵੀ ਡਾਊਟ ਹੋਵੇ ਨਾ, ਤੁਸੀਂ ਉਹ ਮੈਨੂੰ ਕਮੈਂਟ ਕਰਕੇ ਪੁੱਛ ਲਿਓ, ਕਿਉਂਕਿ ਮੈਂ ਤਾਂ ਆਲਰੇਡੀ ਪਾਸ ਹਾਂ। ਸੋ ਮੈਂ ਇਹ ਫੀਸ ਪੇ ਕਰੂੰਗਾ ਨਹੀਂ। ਸੋ ਮੈਂ ਤੁਹਾਨੂੰ ਜਿਹੜਾ ਬੇਸਿਕ ਆਈਡੀਆ ਦੇਣਾ ਸੀਗਾ ਫਾਰਮ ਫਿਲ ਕਰਨ ਲੱਗੇ, ਤੁਸੀਂ ਉਹਨਾਂ ਗੱਲਾਂ ਦਾ ਜਿਹੜਾ ਖਾਸ ਧਿਆਨ ਹੈ ਜੀ ਉਹ ਰੱਖਣਾ ਹੈ। ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰ ਲਿਓ ਜੀ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਸੋ ਇਸ ਦੇ ਨਾਲ ਹੀ ਆਪਾਂ ਵਿਦਾ ਲੈਣੇ ਆ ਜੀ, ਇਜਾਜ਼ਤ ਦਿਓ ਮੈਨੂੰ। ਕੱਲ ਤੋਂ ਫਿਰ ਹਾਜ਼ਰ ਹੋਵਾਂਗਾ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू।